ਪਿਆਰੇ ਦੋਸਤੋ, ਇਸ ਸਮੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਖਾਸ ਕਰਕੇ ਪੰਜਾਬ ਦਾ ਸਿੱਖਿਆ ਪ੍ਰਬੰਧ ਆਮ ਕਰਕੇ ਵੈਸੇ ਸਾਰੇ ਦੇਸ਼ ਦਾ ਹੀ ਸਿੱਖਿਆ ਪ੍ਰਬੰਧ ਗੰਭੀਰ ਸੰਕਟ ਦਾ ਸ਼ਿਕਾਰ ਹੈ। ਇਸ ਸਮੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧਿਆਪਕ ਸੰਘ ਭਾਵ ਪੂਟਾ ਦੀਆਂ ਚੋਣਾਂ ਨੇ। ਇਹਨਾਂ ਚੋਣਾਂ ਦੇ ਸਮੇਂ ਇੱਕ ਵਾਰੀ ਜ਼ਰੂਰ ਇੱਕ ਸਮਾਂ ਬਣਦਾ ਹੈ ਕਿ ਅਸੀਂ ਸਿੱਖਿਆ ਦੇ ਮਸਲੇ ਨੂੰ ਅਤੇ ਅਧਿਆਪਕ ਸੰਘ ਦੇ ਮਸਲੇ ਨੂੰ ਵਿਚਾਰ ਕਰੀਏ। ਬਿਨਾਂ ਸ਼ੱਕ ਜਿਸ ਸਮੇਂ ਪੂਟਾ ਬੰਦ ਪਈ ਸੀ ਉਸ ਸਮੇਂ ਪੂਟਾ ਨੂੰ ਮੁੜ ਰਿਵਾਈਵ ਕਰਨ 'ਚ ਪੁਨਰ ਸੁਰਜੀਤ ਕਰਨ ਵਿੱਚ ਅਸੀਂ ਸਾਰਿਆਂ ਨੇ ਰਲ ਕੇ ਕਾਫੀ ਜ਼ੋਰ ਲਾਇਆ ਸੀ। ਅਤੇ ਬਹੁਤ ਸਾਰੇ ਲੋਕ ਹੁਣ ਸਾਨੂੰ ਅਕਸਰ ਇੱਕ ਗੱਲ ਪੁੱਛਦੇ ਨੇ ਕਿ ਪੂਟਾ ਰਿਵਾਈਵ ਕਰਕੇ ਸੁਰਜੀਤ ਕਰਕੇ ਕਿਹੜਾ ਪਹਿਲਾਂ ਨਾਲੋਂ ਕੋਈ ਫਰਕ ਪੈ ਗਿਆ। ਤਾਂ ਇੱਥੋਂ ਇੱਕ ਗੱਲ ਸਿੱਧ ਹੁੰਦੀ ਆ ਕਿ ਪੂਟਾ ਆਪਣੇ ਜਿਹਨੂੰ ਕਹਿ ਸਕਦੇ ਹਾਂ ਕਿ ਜਿਹੜੀਆਂ ਫੈਕਲਟੀ ਦੀਆਂ ਆਸਾਂ ਹੈ ਉਹਨਾਂ 'ਤੇ ਪੂਰਾ ਨਹੀਂ ਉਤਰ ਸਕੀ। ਇਸ ਕਰਕੇ ਸਾਰੇ ਪੂਟਾ ਵਿੱਚ ਭਾਗ ਲੈਣ ਵਾਲੇ ਉਮੀਦਵਾਰਾਂ ਨੂੰ ਇੱਕ ਵਾਰ ਆਪਣੇ ਅੰਤਰ ਝਾਤੀ ਜ਼ਰੂਰ ਮਾਰਨੀ ਚਾਹੀਦੀ ਆ ਕਿ ਕੀ ਕਾਰਨ ਆ ਕਿ ਅਧਿਆਪਕਾਂ ਦੀਆਂ ਆਸਾਂ 'ਤੇ ਪੂਰੀ ਕਿਉਂ ਨਹੀਂ ਉਤਰੀ। ਦੂਸਰੀ ਗੱਲ ਕਿ ਜਿਹੜੇ ਵੱਖ-ਵੱਖ ਸਮੇਂ 'ਤੇ ਅਧਿਆਪਕਾਂ ਦੇ ਆਗੂ ਰਹੇ ਆ ਉਹਨਾਂ ਦਾ ਵੀ ਇੱਕ ਵੱਡਾ ਇਲਜ਼ਾਮ ਰਿਹਾ ਹੈ ਕਿ ਫੈਕਲਟੀ ਇੱਕ ਵਾਰ ਵੋਟਾਂ ਤਾਂ ਪਾ ਦਿੰਦੀ ਆ, ਬਾਅਦ ਦੇ ਵਿੱਚ ਉਹ ਸਾਰੀ ਜ਼ਿੰਮੇਵਾਰੀ ਪੂਟਾ ਦੀ ਲੀਡਰਸ਼ਿਪ 'ਤੇ ਸੁੱਟ ਕੇ ਕਦੇ ਵੀ ਜਿਹੜਾ ਧਰਨੇ ਮੁਜ਼ਾਹਰੇ ਰੈਲੀਆਂ ਜਾਂ ਹੋਰਾਂ ਕਾਰਜਾਂ ਵਿੱਚ ਓਨੀ ਸ਼ਮੂਲੀਅਤ ਨਹੀਂ ਕਰਦੀ। ਸਿੱਟੇ ਵਜੋਂ ਸਰਕਾਰ ਉੱਤੇ ਉਹ ਦਬਾਅ ਨਹੀਂ ਪੈਂਦਾ। ਤਾਂ ਫੈਕਲਟੀ ਨੂੰ ਵੀ ਆਪਣੇ ਅੰਦਰ ਪੁਨਰ ਝਾਤ ਮਾਰਨ ਦੀ ਜ਼ਰੂਰਤ ਹੈਗੀ ਆ। ਪਰ ਨਿੱਜੀ ਤੌਰ 'ਤੇ ਮੈਂ ਸਮਝਦਾ ਕਿ ਪੂਟਾ ਨੂੰ ਸੁਰਜੀਤ ਕਰਨਾ ਬੜਾ ਜ਼ਰੂਰੀ ਕਦਮ ਸੀ। ਇਹ ਕਦਮ ਅਸੀਂ ਚੁੱਕ ਲਿਆ ਹੈ। ਆਉਣ ਵਾਲੇ ਭਵਿੱਖ ਦੇ ਵਿੱਚ ਪੂਟਾ ਸਿਰ ਜਿਹੜੀਆਂ ਜ਼ਿੰਮੇਵਾਰੀਆਂ ਪੈਣਗੀਆਂ ਉਹਨਾਂ ਨੂੰ ਨਿਭਾਵੇਗੀ। ਇਸ ਆਸ ਨਾਲ ਮੈਂ ਖੁਦ ਵੀ ਚਾਹੁੰਦਾ ਕਿ ਸਾਰੇ ਅਧਿਆਪਕ ਵੋਟਾਂ ਦੇ ਵਿੱਚ ਭਾਗ ਲੈਣ ਅਤੇ ਵੋਟਾਂ ਪਾਉਣ। ਦੂਜੀ ਮੈਂ ਗੱਲ ਸਪਸ਼ਟ ਕਰ ਦੇਣੀ ਚਾਹੁੰਦਾ ਕਿ ਇਸ ਸਮੇਂ ਇਸ ਵਾਰ ਮੈਂ ਕਿਸੇ ਵੀ ਵਿਸ਼ੇਸ਼ ਧੜੇ ਗਰੁੱਪ ਜਾਂ ਵਿਅਕਤੀ ਦੀ ਕੋਈ ਮਦਦ ਨਹੀਂ ਕਰ ਰਿਹਾ, ਪਰ ਮੇਰੀਆਂ ਆਪਣੀਆਂ ਕੁਝ ਸਾਂਝਾਂ ਅਤੇ ਕੁਝ ਆਪਣੀ ਵਿਚਾਰਧਾਰਕ ਸੋਚ ਆ, ਉਸ ਅਨੁਸਾਰ ਮੈਂ ਵੋਟ ਪਾਵਾਂਗਾ ਅਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਉਸ ਲਈ ਪ੍ਰੇਰਨਾਗਾ। ਮੁੱਢ ਆਪਾਂ ਮੁੱਢਲੇ ਮਸਲੇ 'ਤੇ ਆਉਣੇ ਆ ਕਿ ਯੂਨੀਵਰਸਿਟੀ ਬੁਰੀ ਤਰ੍ਹਾਂ ਸੰਕਟ ਦਾ ਸ਼ਿਕਾਰ ਆ। ਜਦੋਂ ਯੂਨੀਵਰਸਿਟੀ ਬੁਰੀ ਤਰ੍ਹਾਂ ਸੰਕਟ ਦਾ ਸ਼ਿਕਾਰ ਆ ਅਤੇ ਉਸ ਸਮੇਂ ਸਾਡੇ ਲਈ ਇਹ ਬੜਾ ਮਹੱਤਵਪੂਰਨ ਬਣ ਜਾਂਦਾ ਹੈ ਕਿ ਇਸ ਦੇ ਵਿੱਚੋਂ ਨਿਕਲਿਆ ਕਿਵੇਂ ਜਾਵੇ। ਕਿਉਂਕਿ ਹੁਣ ਤੱਕ ਵੀ ਸਾਡੀ ਜਿਹੜੀ ਕਿਹਾ ਜਾ ਸਕਦਾ ਹੈ ਕਿ ਇੱਕ ਤਨਖਾਹ ਪਿੱਛੇ ਚੱਲ ਰਹੀ ਆ, ਇਸੇ ਤਰ੍ਹਾਂ ਪੈਨਸ਼ਨਰਾਂ ਦੇ ਪੈਨਸ਼ਨਾਂ ਪਿੱਛੇ ਚੱਲ ਰਹੀਆਂ, ਮੈਡੀਕਲ ਬਿੱਲ ਪਿੱਛੇ ਚੱਲ ਰਹੇ ਨੇ। ਤਾਂ ਉਸ ਸਥਿਤੀ ਦੇ ਵਿੱਚ ਸਾਨੂੰ ਇਸ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ। ਤਾਂ ਇੱਕ ਗੱਲ ਬੜੀ ਸਪਸ਼ਟ ਹੋਣੀ ਚਾਹੀਦੀ ਆ ਕਿ ਬਿਨਾਂ ਸ਼ੱਕ ਜਿਹੜਾ ਯੂਨੀਵਰਸਿਟੀ ਦਾ ਵਿੱਤੀ ਸੰਕਟ ਹੈਗਾ, ਇਸ ਦੇ ਵਿੱਚ ਇੱਥੋਂ ਦੇ ਵੱਖ-ਵੱਖ ਸਮੇਂ ਰਹੇ ਵਾਈਸ ਚਾਂਸਲਰ ਪ੍ਰਬੰਧਕਾਂ ਦਾ ਵੀ ਯੋਗਦਾਨ। ਪਰ ਇਸ ਗੱਲ ਨੂੰ ਇਸ ਗੱਲ ਨਾਲ ਰਲਗੱਡ ਨਹੀਂ ਕਰਨਾ ਚਾਹੀਦਾ ਕਿ ਜਿਹੜੀ ਗ੍ਰਾਂਟ ਘਟੀ ਹੈਗੀ ਆ ਉਹ ਕੇਂਦਰ ਸਰਕਾਰ ਦੀਆਂ ਨੀਤੀਆਂ ਅਧੀਨ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਅਧੀਨ ਘਟੀ ਹੈਗੀ ਆ ਗ੍ਰਾਂਟ। ਜੇ ਲੋਕਾਂ ਦੀਆਂ ਤਨਖਾਹਾਂ ਘਟ ਰਹੀਆਂ ਨੇ ਜਾਂ ਪੱਕੇ ਮੁਲਾਜ਼ਮਾਂ ਦੀ ਥਾਂ ਕੱਚੇ ਮੁਲਾਜ਼ਮ ਰੱਖੇ ਜਾ ਰਹੇ ਨੇ, ਕੱਚੇ ਮੁਲਾਜ਼ਮਾਂ ਨੂੰ ਵੀ ਪਹਿਲੇ 3 ਸਾਲ ਘੱਟ ਪੈਸੇ ਦਿੱਤੇ ਜਾ ਰਹੇ ਆ, ਪਾਰਟ ਟਾਈਮ ਅਧਿਆਪਕ ਰੱਖ ਕੇ ਪੜ੍ਹਾਇਆ ਜਾ ਰਿਹਾ ਹੈਗਾ ਜਾਂ ਗੈਸਟ ਫੈਕਲਟੀ ਜਾਂ ਪੀਰੀਅਡ ਬੇਸ ਕੀਤਾ ਜਾ ਰਿਹਾ, ਇੱਕ ਤਰ੍ਹਾਂ ਦੀ ਇਹ ਤਨਖਾਹ ਘਟਾਈ ਆ ਜਿਹਦੇ ਨਾਲ ਅਖੀਰੀ ਤੌਰ 'ਤੇ ਵਿੱਦਿਅਕ ਮਿਆਰ ਵੀ ਥੱਲੇ ਜਾਵੇਗਾ। ਅਤੇ ਇਹਦੇ ਲਈ ਪੰਜਾਬ ਸਰਕਾਰ ਦੀਆਂ ਕੇਂਦਰ ਸਰਕਾਰ ਦੀਆਂ ਨੀਤੀਆਂ ਜ਼ਿੰਮੇਵਾਰ ਨੇ, ਇਹ ਗੱਲ ਸਪਸ਼ਟ ਹੋਣੀ ਚਾਹੀਦੀ। ਪਰ ਇਸ ਦਾ ਇਹ ਅਰਥ ਨਹੀਂ ਆ ਕਿ ਜੇ ਕਿਸੇ ਵੀ ਕਿਸਮ ਦਾ ਭ੍ਰਿਸ਼ਟਾਚਾਰ ਹੋਇਆ ਤਾਂ ਉਸ ਦੀ ਜਾਂਚ ਨਹੀਂ ਹੋਣੀ ਚਾਹੀਦੀ, ਉਹਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਦੇਣੀ ਚਾਹੀਦੀ। ਤਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ 3-4 ਕਿਸਮ ਦੀਆਂ ਅਸੀਂ ਗੱਲਾਂ ਸੁਣਦੇ ਹਾਂ ਕਿ ਘਪਲੇ ਹੋਏ ਹੈ। ਇੱਕ ਵਿੱਤੀ ਘਪਲੇ ਨੇ, ਇੱਕ ਅਕਾਦਮਿਕ ਘਪਲੇ ਨੇ, ਇੱਕ ਲਾਪਰਵਾਹੀ ਦੀਆਂ ਗੱਲਾਂ ਨੇ।
ਇਹਨਾਂ ਨੂੰ ਆਪਸ ਵਿੱਚ ਦੀ ਨਿਖੇੜ ਵੀ ਲੈਣਾ ਚਾਹੀਦਾ ਹੈ ਤੇ ਇਹਦੇ ਬਾਰੇ ਸਪਸ਼ਟ ਰਾਏ ਵੀ ਬਣਾਉਣੀ ਚਾਹੀਦੀ ਹੈ। ਇੱਕ ਉਹ ਵਿਅਕਤੀ ਨੇ ਕਿ ਜਿਨ੍ਹਾਂ ਨੇ ਸਿੱਧੇ ਤੌਰ 'ਤੇ ਪੈਸੇ ਖਾਦੇ ਨੇ, ਖਾਤਿਆਂ ਦੇ ਵਿੱਚ ਤਬਦੀਲ ਕੀਤੇ ਨੇਗੇ, ਉਹਨਾਂ ਨੂੰ ਸਜ਼ਾਵਾਂ ਹਰ ਹਾਲਤ ਵਿੱਚ ਮਿਲਣੀਆਂ ਚਾਹੀਦੀਆਂ ਹੈਗੀਆਂ। ਉਹਨਾਂ ਦੀਆਂ ਜਾਇਦਾਦਾਂ, ਉਹਨਾਂ ਦੀਆਂ ਤਨਖਾਹਾਂ ਵਿੱਚੋਂ ਉਹ ਪੈਸੇ ਵਾਪਸ ਹੋਣੇ ਚਾਹੀਦੇ, ਕੱਟੇ ਜਾਣੇ ਚਾਹੀਦੇ। ਦੂਸਰਾ ਇਹ ਕਿ ਕੁਝ ਠੇਕਿਆਂ ਜਾਂ ਖਰੀਦਦਾਰੀ ਦੇ ਵਿੱਚ ਜਾਂ ਪਰਚੇਜ਼ ਦੇ ਵਿੱਚ ਇਹ ਸ਼ੱਕ ਹੈਗਾ ਕਿ ਉਹਦੇ ਵਿੱਚ ਘਪਲੇਬਾਜ਼ੀ ਹੋਈ ਹੈ, ਨਿਸ਼ਚੇ ਹੀ ਉਹਦੀ ਵੀ ਜਾਂਚ ਹੋਣੀ ਚਾਹੀਦੀ ਹੈ। ਤੀਜਾ, ਕੁਝ ਅਜਿਹੇ ਕੇਸ ਆ ਕਿ ਜਿਹੜੇ ਫਰਜ਼ੀ ਸਰਟੀਫਿਕੇਟਾਂ ਦੇ ਆਧਾਰ 'ਤੇ ਜਾਂ ਝੂਠੇ ਤਜਰਬੇ ਸਰਟੀਫਿਕੇਟਾਂ ਦੇ ਆਧਾਰ 'ਤੇ ਨੌਕਰੀਆਂ ਲਈਆਂ ਗਈਆਂ, ਨਿਸ਼ਚੇ ਹੀ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ। ਪਰ ਇੱਕ ਵੱਖਰੇ ਕਿਸਮ ਦੇ ਕੇਸ ਨੇ ਕਿ ਜਿਹਦੇ ਵਿੱਚ ਯੂਨੀਵਰਸਿਟੀ ਨੇ ਅਧਿਆਪਕ ਭਰਤੀ ਕੀਤੇ, ਪਰ ਜਦੋਂ ਅਧਿਆਪਕ ਭਰਤੀ ਕੀਤੇ ਤਾਂ ਉਸ ਸਮੇਂ ਜਿਹੜੀਆਂ ਯੋਗਤਾਵਾਂ ਇਸ਼ਤਿਹਾਰ ਵਿੱਚ ਦਰਜ ਕੀਤੀਆਂ ਗਈਆਂ, ਜਿਹੜੀਆਂ ਯੋਗਤਾਵਾਂ ਮੰਨੀਆਂ ਗਈਆਂ, ਉਹਨਾਂ ਅਨੁਸਾਰ ਭਰਤੀ ਕਰ ਲਈ ਗਈ। ਬਾਅਦ ਦੇ ਵਿੱਚ ਪਤਾ ਚੱਲਿਆ ਕਿ ਉਸ ਸਮੇਂ ਭਰਤੀ ਦੀਆਂ ਸ਼ਰਤਾਂ UGC ਨੇ ਬਦਲ ਦਿੱਤੀਆਂ ਸੀਗੀਆਂ, ਪੰਜਾਬ ਸਰਕਾਰ ਨੇ ਬਦਲ ਦਿੱਤੀਆਂ ਸੀ, ਯੂਨੀਵਰਸਿਟੀ ਨੇ ਉਹ ਗਲਤ ਸ਼ਰਤਾਂ ਅਧੀਨ ਭਰਤੀ ਕਰ ਲਈ। ਪਰ ਇਸ ਵਿੱਚ ਉਸ ਸਮੇਂ ਦੇ ਪ੍ਰਬੰਧਕਾਂ ਦੀ ਲਾਪਰਵਾਹੀ ਹੋ ਸਕਦੀ ਹੈ, ਪਰ ਉਸ ਨੂੰ ਇਹ ਕਹਿ ਦੇਣਾ ਕਿ ਉਹ ਸਾਰਾ ਜਿਹੜਾ ਹੈਗਾ ਅਕਾਦਮਿਕ ਲਾਪਰਵਾਹੀ ਆ, ਜਿਹੜਾ ਉਹ ਘਪਲਾ ਹੈਗਾ, ਤਾਂ ਉਸ ਦੇ ਆਧਾਰ 'ਤੇ ਹੁਣ ਅਧਿਆਪਕਾਂ ਨੂੰ ਇਹ ਕਹਿਣਾ ਕਿ ਉਹਨਾਂ ਨੂੰ ਨੌਕਰੀਓਂ ਕੱਢ ਦਿੱਤਾ ਜਾਣਾ, ਇਹ ਉਸੇ ਤਰ੍ਹਾਂ ਹੀ ਗਲਤ ਗੱਲ ਹੈ ਜਿਵੇਂ ਉਸ ਸਮੇਂ ਜੇ ਕੁਝ ਅਧਿਆਪਕਾਂ ਦਾ ਹੱਕ ਮਾਰਿਆ ਗਿਆ ਤਾਂ ਇਹ ਵੀ ਉਸੇ ਕਿਸਮ ਦੀ ਹੀ ਗੱਲ ਹੈਗੀ ਆ। ਇਸ ਬਾਰੇ ਫੈਕਲਟੀ ਨੂੰ ਇੱਕ ਵੱਖਰੀ ਰਾਏ ਬਣਾਉਣੀ ਚਾਹੀਦੀ ਆ ਕਿ ਕਾਨੂੰਨੀ ਤੌਰ 'ਤੇ ਕਈ ਵਾਰੀਆਂ ਰਾਇਆਂ ਹੋਰ ਹੁੰਦੀਆਂ ਨੇ, ਨੈਤਿਕ ਤੌਰ 'ਤੇ ਰਾਇਆਂ ਹੋਰ ਹੁੰਦੀਆਂ, ਵੈਸੇ ਸਥਿਤੀ ਹੋਰ ਹੁੰਦੀ ਹੈ ਕਿ UGC ਇੱਕ ਦਿਨ ਮੈਂ ਕਿ ਇੱਕ ਯੋਗਤਾ ਕੱਢਦੀ ਹੈ, ਦੂਸਰੇ ਦਿਨ ਦੂਸਰੀ ਯੋਗਤਾ ਕੱਢ ਦਿੰਦੀ ਹੈ। ਕਾਨੂੰਨ ਅਨੁਸਾਰ ਜਦੋਂ ਨਵੀਂ ਯੋਗਤਾ ਬਣਾਤੀ ਤਾਂ ਨਵੀਂ ਯੋਗਤਾ ਅਨੁਸਾਰ ਭਰਤੀ ਹੋਣੀ ਚਾਹੀਦੀ ਹੈ, ਪਰ ਉਹਦੇ ਪਿੱਛੇ ਤਰਕ ਕੀ ਨੇ, ਇਹ ਬਹੁਤੇ ਵਾਰੀ ਅੱਖੋਂ ਓਹਲੇ ਹੋ ਜਾਂਦੇ ਨੇ। ਇਹੋ ਜਿਹੇ ਮਸਲਿਆਂ ਨੂੰ ਮੈਂ ਕਿ ਨਜਿੱਠਣ ਲਈ, ਵਿਚਾਰਨ ਲਈ ਲਗਾਤਾਰ ਆ ਜਿਹੜੀ ਉਹ ਜਾਂਚ ਵੀ ਚੱਲਣੀ ਚਾਹੀਦੀ ਆ, ਅਤੇ ਨਾਲ ਦੀ ਨਾਲ ਹੀ ਭਵਿੱਖ ਵਿੱਚ ਅਜਿਹੀਆਂ ਗੱਲਾਂ ਨਾ ਵਾਪਰਨ ਉਸ ਲਈ ਸਖਤ ਮਾਪਦੰਡ, ਮਿਆਰ ਵੀ ਕਾਇਮ ਹੋਣੇ ਚਾਹੀਦੇ ਆ। ਅਗਲੀ ਜਿਹੜੀ ਮਹੱਤਵਪੂਰਨ ਗੱਲ ਬਣਦੀ ਹੈਗੀ ਆ ਉਹ ਇਹ ਬਣਦੀ ਹੈਗੀ ਆ ਕਿ ਪਿਛਲੇ ਕੁਝ ਸਮੇਂ ਤੋਂ ਇੱਕ ਗੱਲ ਬੜੀ ਹੈਰਾਨੀ ਵਾਲੀ ਆ ਕਿ ਜਿਹੜਾ ਇੱਥੋਂ ਦਾ ਵਿੱਤੀ ਸੰਕਟ ਹੈਗਾ ਉਹ ਸਿਰਫ ਅਧਿਆਪਕਾਂ ਦਾ ਮਸਲਾ ਨਹੀਂ, ਸਿਰਫ ਕਰਮਚਾਰੀਆਂ ਦਾ ਮਸਲਾ ਨਹੀਂ ਗਾ, ਸਗੋਂ ਵਿਦਿਆਰਥੀਆਂ ਦਾ ਮਸਲਾ ਵੀ ਬਣਨ ਜਾ ਰਿਹਾ, ਕਿਉਂਕਿ ਅਖੀਰ ਵਿਦਿਆਰਥੀਆਂ ਦੀਆਂ ਫੀਸਾਂ ਵਧਣੀਆਂ ਨੇ, ਅਖੀਰ ਵਿਦਿਆਰਥੀਆਂ 'ਤੇ ਇਸ ਦਾ ਬੋਝ ਪੈਣਾ ਹੈਗਾ। ਇਸ ਨੂੰ ਵਡੇਰੇ ਪ੍ਰਪੇਖ ਵਿੱਚ ਰੱਖ ਕੇ ਵੇਖਣ ਦੀ ਜ਼ਰੂਰਤ ਹੈਗੀ ਆ। ਜੇ ਅਸੀਂ ਸਰਕਾਰੀ ਖੇਤਰ ਦੀਆਂ ਜਿਹੜੀਆਂ ਸੰਸਥਾਵਾਂ ਉਹ ਵੀ ਵਿਦਿਆਰਥੀਆਂ ਨੂੰ ਮਹਿੰਗੇ ਭਾਅ ਹੀ ਸਿੱਖਿਆ ਦੇਣ ਲੱਗਣਗੀਆਂ ਤਾਂ ਸਿੱਟਾ ਇਹ ਕਿ ਅਸੀਂ ਗਰੀਬ ਵਿਦਿਆਰਥੀਆਂ ਨੂੰ ਅਸਲ ਦੇ ਵਿੱਚ ਸਿੱਖਿਆ ਤੋਂ ਬਾਹਰ ਕਰ ਰਹੇ ਹੈਗੇ ਹਾਂ। ਬਿਨਾਂ ਸ਼ੱਕ ਆਉਣ ਵਾਲਾ ਸਮਾਂ ਬੜਾ ਸਖਤ ਆ। ਜਿਹੜੀ ਵੀ ਪੁੱਟਾ ਚੁਣੀ ਜਾਊਗੀ ਉਸ ਸਾਹਮਣੇ ਇੱਕ ਵੱਡੀ ਚੁਣੌਤੀ ਹੋਊਗੀ, ਕਿਉਂਕਿ ਇਹ ਗੱਲ ਸਥਾਨਕ ਪੱਧਰ 'ਤੇ ਵਾਈਸ ਚਾਂਸਲਰ ਦੇ ਨਿਬੇੜਨ ਵਾਲੀ ਨਹੀਂ ਜਾਪਦੀ। ਇਸ ਲਈ ਸਰਕਾਰ 'ਤੇ ਲਗਾਤਾਰ ਦਬਾਅ ਬਣਾਉਣਾ ਪਊਗਾ। ਜਿਵੇਂ ਸਾਰੇ ਹੀ ਆਪਾਂ ਜਾਣਦੇ ਹੈਗੇ ਆ ਕਿ ਅਗਲੇ ਸਾਲ ਚੋਣਾਂ ਹੋਣੀਆਂ ਅਤੇ ਚੋਣਾਂ ਤੋਂ ਬਾਅਦ ਜਿਹੜੀ ਸਰਕਾਰ ਚੁਣੀ ਜਾਊਗੀ ਉਹ ਸਰਕਾਰ ਮੁੱਢਲੇ ਤੌਰ 'ਤੇ ਬੜੀ ਮਜ਼ਬੂਤ ਹੁੰਦੀ ਆ ਅਤੇ ਉਹ ਬਹੁਤੀ ਗੱਲ ਨਹੀਂ ਸੁਣਦੀ। ਜੇ ਅੱਜ ਨਹੀਂ ਗੱਲ ਸੁਣਦੀ ਤਾਂ ਉਸ ਸਮੇਂ ਗੱਲ ਕੀ ਸੁਣਨੀ ਹੈਗੀ ਆ। ਪਰ ਇਸ ਲਈ ਪੁੱਟਾਂ ਨੂੰ ਤਕੜੇ ਹੋ ਕੇ ਲੜਾਈ ਲੜਨੀ ਪਊਗੀ ਅਤੇ ਇਹਦੇ ਵਿੱਚ ਕਰਮਚਾਰੀਆਂ ਨੂੰ, ਰਿਟਾਇਰ ਕਰਮਚਾਰੀਆਂ ਨੂੰ ਅਤੇ ਵਿਦਿਆਰਥੀਆਂ ਨੂੰ ਵੀ ਨਾਲ ਲੈਣਾ ਪਊਗਾ। ਅਤੇ ਹੁਣ ਜਿਹੜੀ ਵੀ ਪੁੱਟਾ ਚੁਣੀ ਜਾਊਗੀ ਉਹਦੇ ਸਿਰ ਵੱਡੀ ਜ਼ਿੰਮੇਵਾਰੀ ਪੈਣ ਵਾਲੀ ਆ। ਇੱਕ ਗੱਲ ਹੋਰ ਕਹਿਣੀ ਚਾਹੁੰਦਾ, ਉਹ ਇਹ ਗੱਲ ਕਹਿਣੀ ਚਾਹੁੰਦਾ ਕਿ ਬਹੁਤ ਵਾਰੀ ਗੱਲ ਚੱਲ ਰਹੀ ਆ ਕਿ ਇਸ ਵਾਰ ਜਿਹੜੀ ਪੁੱਟਾ ਹੈ ਉਹ ਮਿਕਸ ਆਵੇਗੀ, ਦੋਹਾਂ ਧਿਰਾਂ ਦੇ ਹੀ ਕੁਝ ਬੰਦੇ ਜਿੱਤ ਜਾਣਗੇ। ਮੈਨੂੰ ਲੱਗਦਾ ਕਿ ਇਹ ਜੇ ਫੈਸਲਾ ਕੀਤਾ ਤਾਂ ਫੈਕਲਟੀ ਦਾ ਗਲਤ ਫੈਸਲਾ ਹੋਊਗਾ, ਕਿਉਂਕਿ ਅਜਿਹੇ ਸਮੇਂ ਦੇ ਵਿੱਚ ਕੋਈ ਵੀ ਜ਼ਿੰਮੇਵਾਰੀ ਨਹੀਂ ਚੱਕਦਾ ਅਤੇ ਸਾਰਾ ਹੀ ਜਿਹੜਾ ਕੰਮ ਆ ਉਹ ਅੱਧ ਵਿਚਾਲੇ ਲਟਕਿਆ ਰਹਿੰਦਾ ਹੈ। ਫੈਕਲਟੀ ਨੂੰ ਬੜਾ ਸਪਸ਼ਟ ਮੈਂਡੇਟ ਦੇਣਾ ਚਾਹੀਦਾ, ਕਿਸੇ ਵੀ ਧਿਰ ਦੇ ਹੱਕ ਵਿੱਚੋਂ ਮੈਂਡੇਟ ਦੇਵੇ, ਪਰ ਜ਼ਰੂਰੀ ਗੱਲ ਆ ਕਿ ਅਜਿਹੀ ਧਿਰ ਦੇ ਖਿਲਾਫ ਮੈਂਡੇਟ ਦੇਵੇ ਜਾਂ ਅਜਿਹੀ ਧਿਰ ਨੂੰ ਚੁਣੇ ਕਿ ਜਿਹੜੀ ਧਿਰ ਲੱਗਦਾ ਉਹਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਨਾਲ, ਕੇਂਦਰ ਸਰਕਾਰ ਨਾਲ ਮਜ਼ਬੂਤ ਸਿਧਾਂਤਕ ਆਧਾਰਾਂ 'ਤੇ ਲੜਾਈ ਲੜ ਸਕੇ, ਨਾ ਕਿ ਨਿੱਕੇ ਨਿੱਕੇ ਜਿਹੜੇ ਮਫਾਦਾਂ ਖਾਤਰ ਉਹ ਝੁਕ ਜਾਵੇ ਜਾਂ ਗੱਲ ਨੂੰ ਆਊਂ ਗਾਊਂ ਕਰ ਦੇ। ਕਿਉਂਕਿ ਪਿਛਲੇ ਸਮੇਂ ਦੇ ਵਿੱਚ ਇਹ ਵੀ ਗੱਲ ਦੇਖਣ ਵਿੱਚ ਆਈ ਆ ਕਿ ਹਰ ਵਰਗ ਦੀਆਂ ਵੀ ਕੁਝ ਸਮੱਸਿਆਵਾਂ ਹੁੰਦੀਆਂ ਨੇ ਅਤੇ ਬੜੀਆਂ ਉਹ ਸਮੱਸਿਆਵਾਂ ਜੈਨੂਅਨ ਵੀ ਆ, ਕਿ ਜਿਸ ਤਰ੍ਹਾਂ
ਇਹ ਗੱਲ ਆਉਂਦੀ ਆ ਕਿ ਜਿਹੜੇ ਅਧਿਆਪਕ ਜਿਹੜੇ ਅਸਿਸਟੈਂਟ ਪ੍ਰੋਫੈਸਰ ਨੇ ਉਹਨਾਂ ਨੂੰ ਮੁਖੀ ਬਣਨ ਦਾ ਅਧਿਕਾਰ ਪ੍ਰਾਪਤ ਹੋਵੇ। ਇਸ ਕਿਸਮ ਦੀਆਂ ਗੱਲਾਂ ਜਾਂ ਕੁਝ ਡੀਨ ਲਗਾਉਣ ਦੀ ਗੱਲ ਜਾਂ ਕੁਝ ਸੀਨੀਅਰਟੀ ਦੇ ਮਸਲੇ ਆ, ਨਿਸ਼ਚੇ ਉਹਨਾਂ ਵੱਲ ਵੀ ਧਿਆਨ ਦੇਣਾ ਚਾਹੀਦਾ। ਪਰ ਮਹੱਤਵਪੂਰਨ ਜਿਹੜਾ ਮਸਲੇ ਹਜੇ ਵੀ ਲਟਕੇ ਹੋਏ ਆ, ਖਾਸ ਕਰਕੇ NPS ਦਾ ਇਸ਼ੂ ਆ ਜਾਂ GPF ਦੀਆਂ ਜਿਹੜੀਆਂ ਕਿਸ਼ਤਾਂ ਹੈਗੀਆਂ ਉਹਨਾਂ ਦਾ ਇਸ਼ੂ ਆ, ਬਕਾਏ ਦਾ ਇਸ਼ੂ ਆ ਜਾਂ ਵਿਆਜ ਦਾ ਇਸ਼ੂ ਹੈਗਾ, ਇਹਨਾਂ ਇਸ਼ੂ ਦੇ ਲਈ ਪੂਟਾ ਨੂੰ ਰਲ ਕੇ ਲੜਨਾ ਚਾਹੀਦਾ। ਸਾਰੇ ਚੋਣਾਂ ਲੜ ਰਹੇ ਉਮੀਦਵਾਰਾਂ ਨੂੰ ਸ਼ੁਭ ਆਸ਼ਾਵਾਂ ਤੇ ਵੋਟਾਂ ਪਾ ਕੇ ਇੱਕ ਨਵੀਂ ਪੂਟਾ ਚੁਣੀਏ। ਮਿਹਰਬਾਨੀ, ਸ਼ੁਕਰੀਆ।